गुड आफ्टरनून स्टूडेंट्स। आज ਅਸੀਂ ਬੜਾ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਵੀ that is the structure of ice. Ice is also a form of water, the solid form of water. ice ਦੀ ਸਟਰਕਚਰ ਕਰਨੀ ਹੈ ਔਰ ਦੋ ਬੜੇ ਇੰਪੋਰਟੈਂਟ ਕੁਐਸਚਨਸ ਕਰਨੇ ਆ ਇਹਦੇ ਬੇਸਿਸ ਤੇ। ਇੱਕ ਤੁਸੀਂ ਪੜ੍ਹੇ ਦੇ ਕੁਐਸਚਨਸ, why ice floats over water and why water has maximum density at 4 degree centigrade. ਅਸੀਂ ਉਹ ਦੋ ਕੁਐਸਚਨਸ ਰਿਪਰੈਜ਼ੈਂਟ ਕਰਨੇ ਆ। ਤਾਂ ਉਹਦੇ ਤੋਂ ਪਹਿਲਾਂ ਅਸੀਂ ਸਟਰਕਚਰ ਆਫ ਆਈਸ ਦੇਖੀਏ। ਮੈਂ ਥੋੜ੍ਹੀ ਜਿਹੀ ਸਟਰਕਚਰ ਡਰਾ ਕੀਤੀ ਹੈ, ਮੈਂ ਤੁਹਾਨੂੰ ਰਿਪਰੈਜ਼ੈਂਟ ਕਰਨ ਲੱਗਾ ਕਿਸ ਤਰ੍ਹਾਂ ਵੀ ਆਈਸ ਦੇ ਵਿੱਚ ਆਈਸ ਕੀ ਹੈਗੀ ਹੈ, ਇੱਕ ਸੋਲਿਡ ਫਾਰਮ ਆਫ ਵਾਟਰ ਜਿਹਦੇ ਵਿੱਚ ਵਾਟਰ ਮੋਲੀਕਿਊਲਸ ਦੇ ਆਰ ਅਰੇਂਜਡ ਇਨ ਅ ਟੈਟਰਾਹੈਡਰਲ ਮੈਨਰ ਥਰੂ ਦੀ ਫਾਰਮੇਸ਼ਨ ਆਫ ਦੀ ਹਾਈਡਰੋਜਨ ਬੌਂਡਸ। ਵੀ ਆਈਸ ਦੇ ਵਿੱਚ ਜਿਹੜੇ ਵਾਟਰ ਮੋਲੀਕਿਊਲਸ ਆ ਆਪਸ ਦੇ ਵਿੱਚ ਇੰਟਰੈਕਟਡ ਆ ਥਰੂ ਦੀ ਫਾਰਮੇਸ਼ਨ ਆਫ ਹਾਈਡਰੋਜਨ ਬੌਂਡਸ ਦੀ ਫਾਰਮੇਸ਼ਨ ਹੈਗੀ। ਔਰ ਅਰੇਂਜਮੈਂਟ ਕਿਸ ਤਰ੍ਹਾਂ ਦਾ, ਟੈਟਰਾਹੈਡਰਲ ਅਰੇਂਜਮੈਂਟ ਹੈ ਜਿਹਦੇ ਵਿੱਚ ਈਚ ਵਾਟਰ ਮੋਲੀਕਿਊਲ ਇਜ਼ ਸਰਾਊਂਡਡ ਬਾਈ 4 ਵਾਟਰ ਮੋਲੀਕਿਊਲਸ। ਈਚ ਵਾਟਰ ਮੋਲੀਕਿਊਲ ਇਜ਼ ਸਰਾਊਂਡਡ ਬਾਈ 4 ਵਾਟਰ ਮੋਲੀਕਿਊਲਸ ਥਰੂ ਦੀ ਫਾਰਮੇਸ਼ਨ ਆਫ ਹਾਈਡਰੋਜਨ ਬੌਂਡਸ। ਜਿਸ ਤਰ੍ਹਾਂ ਦੇਖੋ ਮੈਂ ਰਿਪਰੈਜ਼ੈਂਟ ਕਰ ਰਿਹਾ ਵੀ ਇਹ ਵਾਲਾ ਇੱਕ ਵਾਟਰ ਮੋਲੀਕਿਊਲ ਮੈਂ ਰਿਪਰੈਜ਼ੈਂਟ ਕਰ ਲੱਗਾ, ਦਸ ਵਾਟਰ ਮੋਲੀਕਿਊਲ। ਇਹ ਜਿਹੜਾ ਇੱਕ ਸੈਂਟਰ ਵਾਲਾ ਵਾਟਰ ਮੋਲੀਕਿਊਲ ਹੈ ਇਹਦੀ ਸਰਾਊਂਡਿੰਗ ਸ਼ੋ ਕਰ ਰਹੇ। ਇਟ ਇਜ਼ ਸਰਾਊਂਡਡ ਬਾਈ 4 ਵਾਟਰ ਮੋਲੀਕਿਊਲਸ। ਇਟ ਇਜ਼ 1, ਠੀਕ ਹੈ, ਇਟ ਇਜ਼ 2, ਇਟ ਇਜ਼ 3 ਐਂਡ ਇਟ ਇਜ਼ 4। 4 ਵਾਟਰ ਮੋਲੀਕਿਊਲਸ ਦੇ ਨਾਲ ਸਰਾਊਂਡਡ ਹੈ ਥਰੂ ਦੀ ਫਾਰਮੇਸ਼ਨ ਆਫ ਹਾਈਡਰੋਜਨ ਬੌਂਡਸ। ਦੇਖੋ ਇਹ ਵਾਟਰ ਮੋਲੀਕਿਊਲ ਦਾ ਇਹ ਵਾਲਾ ਜਿਹੜਾ ਹਾਈਡਰੋਜਨ ਹੈ, ਇਸ ਆਕਸੀਜਨ ਆਫ ਦੀ ਸੈਕੰਡ ਵਾਟਰ ਮੋਲੀਕਿਊਲ ਦੇ ਨਾਲ ਹਾਈਡਰੋਜਨ ਬੌਂਡ ਬਣਾਇਆ ਦਾ। ਇਸ ਹਾਈਡਰੋਜਨ ਨੇ ਇਸ ਵਾਟਰ ਮੋਲੀਕਿਊਲ ਦੀ ਆਕਸੀਜਨ ਦੇ ਨਾਲ ਹਾਈਡਰੋਜਨ ਬੌਂਡ ਬਣਾਇਆ ਦਾ। ਇਸ ਆਕਸੀਜਨ ਨੇ ਇੱਧਰ ਵਾਟਰ ਮੋਲੀਕਿਊਲ ਦੇ ਹਾਈਡਰੋਜਨ ਦੇ ਨਾਲ ਹਾਈਡਰੋਜਨ ਬੌਂਡ ਬਣਾਇਆ ਦਾ। ਇਸ ਹਾਈਡਰੋਜਨ ਆਫ ਦੀ ਵਾਟਰ ਮੋਲੀਕਿਊਲ ਦੇ ਨਾਲ ਬੌਂਡ ਬਣਾਇਆ ਦਾ, ਜਿਹਦੇ ਅਕੋਰਡਿੰਗਲੀ ਅਸੀਂ ਸ਼ੋ ਕੀਤਾ ਵੀ ਇੱਕ ਵਾਟਰ ਮੋਲੀਕਿਊਲ ਜਿਹੜਾ ਇਟ ਇਜ਼ ਸਰਾਊਂਡਡ ਬਾਈ 4 ਵਾਟਰ ਮੋਲੀਕਿਊਲਸ ਥਰੂ ਦੀ ਫਾਰਮੇਸ਼ਨ ਆਫ ਦੀ ਹਾਈਡਰੋਜਨ ਬੌਂਡਸ। ਇਹ ਮੈਂ ਰਿਪਰੈਜ਼ੈਂਟ ਕੀਤਾ ਵੀ ਇਹ ਵਾਲਾ ਵਾਟਰ ਮੋਲੀਕਿਊਲ ਲਿਆ ਸੀ ਮੈਂ, ਜਿਹਨੂੰ ਸਰਾਊਂਡ ਕੀਤਾ ਕਿੰਨੇ ਦੇ ਨਾਲ, 4 ਵਾਟਰ ਮੋਲੀਕਿਊਲਸ ਦੇ ਨਾਲ ਥਰੂ ਦੀ ਫਾਰਮੇਸ਼ਨ ਆਫ ਦੀ ਹਾਈਡਰੋਜਨ ਬੌਂਡਸ। ਹੁਣ ਅਸੀਂ ਅੱਗੇ ਇਹ ਡਿਫਾਈਨ ਕੀਤਾ ਹੈ ਵਾਟਰ ਮੋਲੀਕਿਊਲ ਹਾਈਡਰੋਜਨ ਬੌਂਡਡ ਹੈ, ਤਾਂ ਅੱਗੇ ਜਿਹਦੇ ਨਾਲ ਲਿੰਕਡ ਆ ਉਹ ਫਰਦਰ ਅੱਗੇ ਹਾਈਡਰੋਜਨ ਬੌਂਡਡ ਹੋਏਗਾ। ਜਿਹੜੇ ਇਹ ਵਾਲੇ ਵਾਟਰ ਮੋਲੀਕਿਊਲਸ ਅੱਗੇ ਹਾਈਡਰੋਜਨ ਬੌਂਡਸ ਬਣਾ ਰਹੇ ਆ ਵਿਦ ਦੀ ਅਦਰ ਵਾਟਰ ਮੋਲੀਕਿਊਲਸ, ਔਰ ਉਹਦੇ ਅਕੋਰਡਿੰਗਲੀ ਸਾਡੇ ਕੋਲ ਇੱਕ ਕੇਜ ਲਾਈਕ ਸਟਰਕਚਰ ਬਣ ਜਾਂਦੀ ਹੈ। ਸਟੇਟਮੈਂਟ ਆਉਂਦੀ ਹੈ ਆਈਸ ਹੈਜ਼ ਐਨ ਓਪਨ ਕੇਜ ਲਾਈਕ ਸਟਰਕਚਰ। ਜਿਸ ਤਰ੍ਹਾਂ ਦੇਖੋ ਮੈਂ ਇੱਕ ਕੇਜ ਬਣਾਈ ਦੀ ਸੀ, ਇੱਕ ਹੋਰ ਬਣਾ ਕੇ ਦੱਸਣਾ ਤੁਹਾਨੂੰ ਵੀ ਕਿਸ ਤਰ੍ਹਾਂ ਆ ਰਹੀ ਹੈ। ਇਹ ਆਕਸੀਜਨ ਦੇਖੋ ਇਟ ਇਜ਼ ਫਾਰਮਿੰਗ ਹਾਈਡਰੋਜਨ ਬੌਂਡ ਵਿਦ ਅਨਦਰ ਵਾਟਰ ਮੋਲੀਕਿਊਲ। ਇਹ ਮੈਂ ਸ਼ੋ ਕਰ ਰਿਹਾ ਦਿਸ ਇਜ਼ ਅਨਦਰ ਵਾਟਰ ਮੋਲੀਕਿਊਲ। ਇਹਦੇ ਨਾਲ ਇਹਦੀ ਹਾਈਡਰੋਜਨ ਬੌਂਡਿੰਗ ਹੋਊਗੀ ਔਰ ਇਹ ਹਾਈਡਰੋਜਨ ਕਿਹਦੇ ਨਾਲ ਹਾਈਡਰੋਜਨ ਬੌਂਡਡ ਹੋਏਗਾ, ਇਸ ਆਕਸੀਜਨ ਦੇ ਨਾਲ। ਤਾਂ ਦੇਖੋ ਇੱਕ ਪੇਜ ਉੱਪਰ ਵੀ ਬਣ ਗਈ ਨੇ। ਤਾਂ ਮੈਂ ਸ਼ੋ ਕਰ ਰਿਹਾ ਵੀ ਆਈਸ ਹੈਜ਼ ਐਨ ਓਪਨ ਕੇਜ ਲਾਈਕ ਸਟਰਕਚਰ, ਜਿਹਦੇ ਵਿੱਚ ਇੱਕ ਵਾਟਰ ਮੋਲੀਕਿਊਲ ਜਿਹੜਾ ਇਟ ਇਜ਼ ਲਿੰਕਡ ਟੂ ਦੀ ਅਦਰ ਵਾਟਰ ਮੋਲੀਕਿਊਲਸ ਥਰੂ ਹਾਈਡਰੋਜਨ ਬੌਂਡਸ। ਤੁਸੀਂ ਡਰਾ ਕਰਨ ਵੇਲੇ ਇੱਕ ਬੇਸਿਸ ਰੱਖਣਾ ਵੀ, ਦੇਖਿਓ ਧਿਆਨ ਨਾਲ, 2 ਆਕਸੀਜਨ ਐਟਮਸ ਦੇ ਵਿੱਚ ਇੱਕ ਹਾਈਡਰੋਜਨ ਹੋਏਗਾ। ਜਿੱਥੇ ਮਰਜ਼ੀ ਦੇਖ ਲਓ ਸਟਰਕਚਰ ਦੇ ਵਿੱਚ 2 ਆਕਸੀਜਨ ਐਟਮਸ ਦੇ ਵਿੱਚ ਇੱਕ ਹਾਈਡਰੋਜਨ ਐਟਮ ਹੋਏਗਾ। ਇੱਕ ਸਾਈਡ ਤੇ ਉਹ ਥਰੂ ਹਾਈਡਰੋਜਨ ਬੌਂਡਡ ਲਿੰਕਡ ਹੋਏਗਾ ਔਰ ਦੂਸਰੀ ਸਾਈਡ ਤੇ ਕੋਵੈਲੈਂਟ ਬੌਂਡ ਹੋਏਗਾ। ਫਿਰ ਦੇਖਿਓ ਮੈਂ ਸ਼ੋ ਕਰ ਰਿਹਾ ਵੀ 2 ਆਕਸੀਜਨ ਐਟਮਸ ਦੇ ਵਿੱਚ ਇੱਕ ਹਾਈਡਰੋਜਨ ਐਟਮ ਪ੍ਰੈਜ਼ੈਂਟ ਹੋਏਗਾ, ਜਿਹੜਾ ਇੱਕ ਸਾਈਡ ਤੇ ਕੋਵੈਲੈਂਟ ਬੌਂਡ ਹੋਏਗਾ ਔਰ ਦੂਸਰੀ ਸਾਈਡ ਤੇ ਹਾਈਡਰੋਜਨ ਬੌਂਡ ਹੋਏਗਾ। ਜਿੱਥੇ ਮਰਜ਼ੀ ਦੇਖ ਲਓ 2 ਆਕਸੀਜਨ ਐਟਮਸ ਦੇ ਵਿੱਚ ਇੱਕ ਹਾਈਡਰੋਜਨ ਐਟਮ ਹੈ, ਇੱਕ ਸਾਈਡ ਤੇ ਕੋਵੈਲੈਂਟ ਬੌਂਡ ਔਰ ਦੂਸਰੀ ਸਾਈਡ ਤੇ ਹਾਈਡਰੋਜਨ ਬੌਂਡ। ਵੀ ਜਦੋਂ ਅਸੀਂ ਇਸ ਤਰ੍ਹਾਂ ਦੀ ਹਾਈਡਰੋਜਨ ਬੌਂਡਡ ਪਿਕਚਰ ਦਿੰਦੇ ਹਾਂ ਅਰਾਊਂਡ ਦੀ ਵਾਟਰ ਮੋਲੀਕਿਊਲਸ, ਤਾਂ ਸਾਡੇ ਕੋਲ ਕੀ ਆ ਰਿਹਾ ਵੀ ਵਾਟਰ ਹੈਜ਼ ਐਨ ਐਕਸਪੈਂਡਡ ਕੇਜ ਲਾਈਕ ਸਟਰਕਚਰ ਹੈ। ਵੀ ਵਾਟਰ ਆਈਸ ਦੀ ਇਟ ਹੈਜ਼ ਐਨ ਐਕਸਪੈਂਡਡ ਕੇਜ ਲਾਈਕ ਸਟਰਕਚਰ, ਜਿਹਦੇ ਵਿੱਚ ਕਿੰਨੀਆਂ ਜ਼ਿਆਦਾ ਕੈਵਿਟੀਜ਼ ਪ੍ਰੈਜ਼ੈਂਟ ਹੈਗੀਆਂ, ਵੇਕੈਂਟ ਸਪੇਸਿਸ ਪ੍ਰੈਜ਼ੈਂਟ ਹੈਗੀ। ਪਰ ਇਹਨਾਂ ਕੈਵਿਟੀਜ਼ ਜਾਂ ਇਹਨਾਂ ਵੇਕੈਂਟ ਸਪੇਸਿਸ ਦੇ ਪ੍ਰੈਜ਼ੈਂਟ ਹੋਣ ਦੇ ਕਾਰਨ ਜਿਹੜਾ ਆਈਸ ਦਾ ਵੋਲਿਊਮ ਹੈ ਇਟ ਇਜ਼ ਆਲਵੇਜ਼ ਮੋਰ ਦੈਨ ਵਾਟਰ। ਨਾਰਮਲੀ ਤੁਸੀਂ ਦੇਖਦੇ ਹੋ ਵੀ ਕਿਸੇ ਸੋਲਿਡ ਨੂੰ ਮੈਲਟ ਕਰਨੇ ਆ ਤਾਂ ਉਹਦਾ ਵੋਲਿਊਮ ਇਨਕਰੀਜ਼ ਕਰਦਾ, ਲਿਕੁਇਡ ਦਾ ਵੋਲਿਊਮ ਜ਼ਿਆਦਾ ਹੁੰਦਾ, ਬਟ ਇਹ ਪਹਿਲਾ ਸੋਲਿਡ ਹੈ ਜਿਹਨੂੰ ਜਦੋਂ ਅਸੀਂ ਮੈਲਟ ਕਰਨੇ ਤਾਂ ਵੋਲਿਊਮ ਡਿਕਰੀਜ਼ ਕਰਦਾ ਜੀ। ਕਿਉਂਕਿ ਜਿਹੜੀ ਐਕਚੁਅਲ ਸਟਰਕਚਰ ਆਈਸ ਦੀ ਇਟ ਇਜ਼ ਐਨ ਐਕਸਪੈਂਡਡ ਸਟਰਕਚਰ, ਐਨ ਓਪਨ ਕੇਜ ਲਾਈਕ ਸਟਰਕਚਰ, ਜਿਹਦੇ ਵਿੱਚ ਅਸੀਂ ਕਹਿ ਰਹੇ ਹਾਂ ਵੀ ਕਿੰਨੀਆਂ ਜ਼ਿਆਦਾ ਕੈਵਿਟੀਜ਼ ਆ, ਖਾਲੀ ਜਗ੍ਹਾ ਆ ਰਹੀਆਂ ਵਿੱਚ, ਕੈਵਿਟੀਜ਼ ਆ ਰਹੀਆਂ ਵਿੱਚ, ਔਰ ਇਹਨਾਂ ਕੈਵਿਟੀਜ਼ ਦੇ ਕਾਰਨ ਉਹਦਾ ਵੋਲਿਊਮ ਕੀ ਕਰ ਜਾਂਦਾ, ਇਨਕਰੀਜ਼ ਕਰ ਜਾਂਦਾ। ਔਰ ਜੇ ਵੋਲਿਊਮ ਇਨਕਰੀਜ਼ ਕਰੇਗਾ
ਤਾਂ ਡੈਫੀਨੇਟਲੀ ਡੈਂਸਿਟੀ ਕੀ ਕਰੇਗੀ, ਡਿਕਰੀਜ਼, ਕਿਉਂਕਿ ਜਿਹੜੀ ਡੈਂਸਿਟੀ ਹੈ ਇਟ ਇਜ਼ ਮਾਸ ਪਰ ਯੂਨਿਟ ਵੋਲਿਊਮ, ਮਾਸ ਅਪੋਨ ਵੋਲਿਊਮ। ਜੇ ਵੋਲਿਊਮ ਜ਼ਿਆਦਾ ਹੈ ਤਾਂ ਡੈਫੀਨੇਟਲੀ ਡੈਂਸਿਟੀ ਕੀ ਹੋਵੇਗੀ, ਘੱਟ ਹੋਵੇਗੀ। ਤਾਂ ਅਸੀਂ ਇਹ ਰਿਪਰੈਜ਼ੈਂਟੇਸ਼ਨ ਸ਼ੋ ਕਰ ਦਿੱਤੀ ਵੀ ਆਈਸ ਹੈਜ਼ ਲੈਸਰ ਡੈਂਸਿਟੀ। ਹੁਣ ਅਸੀਂ ਨਾਲ ਪ੍ਰੂਵ ਕਰਨਾ ਵੀ ਜਦੋਂ ਆਈਸ ਮੈਲਟ ਕਰਦੀ ਪਈ ਹੈ ਔਰ ਵਾਟਰ ਦੀ ਫਾਰਮੇਸ਼ਨ ਹੋ ਰਹੀ ਹੈ ਤਾਂ ਜਿਹੜਾ ਵਾਟਰ ਪ੍ਰੋਡਿਊਸ ਹੋ ਰਿਹਾ ਉਹਦੀ ਡੈਂਸਿਟੀ ਜ਼ਿਆਦਾ ਹੁੰਦੀ। ਤਾਂ ਦੇਖੋ ਜਦੋਂ ਆਈਸ ਮੈਲਟ ਹੋਏਗੀ, ਆਈਸ ਕਿਦੋਂ ਮੈਲਟ ਹੋਏਗੀ, ਜਦੋਂ ਇਹ ਹਾਈਡਰੋਜਨ ਬੌਂਡਸ ਕੀ ਕਰਨਗੇ, ਜਦੋਂ ਆਈਸ ਮੈਲਟ ਹੋਏਗੀ ਤੇ ਹਾਈਡਰੋਜਨ ਬੌਂਡਸ ਕੀ ਕਰ ਜਾਣਗੇ, ਬ੍ਰੇਕ ਕਰ ਜਾਣਗੇ। ਡਿਊਰਿੰਗ ਮੈਲਟਿੰਗ ਇਹ ਹਾਈਡਰੋਜਨ ਬੌਂਡਸ ਪ੍ਰੈਜ਼ੈਂਟ ਹੈਗੇ ਜਿਹੜੇ ਬਿਟਵੀਨ ਵਾਟਰ ਮੋਲੀਕਿਊਲਸ ਐਂਡ ਆਈਸ, ਉਹ ਕੀ ਕਰ ਜਾਣਗੇ, ਬ੍ਰੇਕ ਕਰ ਜਾਣਗੇ ਔਰ ਇਹ ਕੇਜ ਲਾਈਕ ਸਟਰਕਚਰ ਸਾਰੀ ਦੀ ਸਾਰੀ ਕੀ ਕਰ ਜਾਏਗੀ, ਕੋਲੈਪਸ ਕਰ ਜਾਏਗੀ, ਬ੍ਰੇਕ ਕਰ ਜਾਏਗੀ। ਵਾਟਰ ਮੋਲੀਕਿਊਲਸ ਕੀ ਆਣਗੇ, ਕਲੋਜ਼, ਔਰ ਜਦੋਂ ਕਲੋਜ਼ ਆਏ ਤਾਂ ਵੋਲਿਊਮ ਕੀ ਕਰ ਗਿਆ, ਡਿਕਰੀਜ਼, ਔਰ ਡੈਂਸਿਟੀ ਕੀ ਕਰ ਗਈ, ਇਨਕਰੀਜ਼ ਕਰ ਗਈ। ਵੋਲਿਊਮ ਕੀ ਕਰ ਗਿਆ ਤੁਹਾਡੇ ਕੋਲ, ਡਿਕਰੀਜ਼ ਕਰ ਗਿਆ, ਔਰ ਡੈਂਸਿਟੀ ਕੀ ਕਰ ਗਈ, ਇਨਕਰੀਜ਼ ਕਰ ਗਈ। ਤਾਂ ਅਸੀਂ ਪ੍ਰੂਵ ਕਰ ਦਿੱਤਾ ਵੀ ਵਾਟਰ ਦੀ ਡੈਂਸਿਟੀ ਜ਼ਿਆਦਾ ਜਦੋਂ ਕਿ ਆਈਸ ਦੀ ਡੈਂਸਿਟੀ ਕੀ ਹੈਗੀ ਹੈ, ਘੱਟ ਹੈਗੀ। ਆਈਸ ਹੈਜ਼ ਲੈਸਰ ਡੈਂਸਿਟੀ ਦੈਨ ਵਾਟਰ ਸੋ ਇਟ ਫਲੋਟਸ ਓਵਰ ਵਾਟਰ। ਜਿਹੜਾ ਸਾਡਾ ਕੁਐਸਚਨ ਸੀ ਵੀ ਵਾਈ ਆਈਸ ਫਲੋਟਸ ਓਵਰ ਵਾਟਰ, ਉਹਦੀ ਐਕਸਪਲੇਨੇਸ਼ਨ ਮੈਂ ਸ਼ੋ ਕਰ ਦਿੱਤੀ ਵੀ ਕਿਉਂ ਫਲੋਟ ਕਰਦੀ ਹੈ। ਵੀ ਜਦੋਂ ਪਹਿਲਾਂ ਤਾਂ ਅਸੀਂ ਸ਼ੋ ਕਰ ਦਿੱਤਾ ਵੀ ਡਿਊ ਟੂ ਐਨ ਐਕਸਪੈਂਡਡ ਕੇਜ ਲਾਈਕ ਸਟਰਕਚਰ the volume of the ice increases and its density decreases. Ice has lesser density. But ਜਦੋਂ ice melt ਕਰਦੀ ਪਈ ਹੈ, ਹਾਈਡਰੋਜਨ ਬੌਂਡਸ ਬ੍ਰੇਕ ਕਰਦੇ ਪਏ ਆ, ਵਾਟਰ ਮੋਲੀਕਿਊਲਸ ਕੀ ਆ ਰਹੇ ਆ, ਕਲੋਜ਼ ਆ ਰਹੇ ਆ ਇੱਕ ਦੂਸਰੇ, ਜਿਹਦੇ ਕਾਰਨ ਵੋਲਿਊਮ ਕੀ ਕਰੇਗਾ, ਡਿਕਰੀਜ਼ ਕਰੇਗਾ, ਔਰ ਡੈਂਸਿਟੀ ਕੀ ਕਰ ਜਾਏਗੀ, ਇਨਕਰੀਜ਼ ਕਰ ਜਾਏਗੀ। ਤਾਂ ਅਸੀਂ ਇਹ ਪ੍ਰੂਵ ਕਰ ਦਿੱਤਾ ਵੀ ਆਈਸ ਹੈਜ਼ ਲੈਸਰ ਡੈਂਸਿਟੀ ਦੈਨ ਵਾਟਰ, ਇਸ ਕਰਕੇ ਆਈਸ ਫਲੋਟਸ ਓਵਰ ਵਾਟਰ। ਬੜਾ ਇੰਪੋਰਟੈਂਟ ਕੁਐਸਚਨ ਹੈ ਇਸ ਚੈਪਟਰ ਦਾ, ਵੀ ਅਕਸਰ ਆਇਆ ਹੁੰਦਾ ਵਾਈ ਆਈਸ ਫਲੋਟਸ ਓਵਰ ਵਾਟਰ। ਦੂਸਰਾ ਕੁਐਸਚਨ ਜਿਹੜਾ ਅਗੇਨ ਐਨ ਇੰਪੋਰਟੈਂਟ ਕੁਐਸਚਨ, ਅਸੀਂ ਕਿਹਾ ਵੀ ਜਦੋਂ ਆਈਸ ਮੈਲਟ ਕਰਦੀ ਹੈ ਤਾਂ ਡੈਂਸਿਟੀ ਆਫ ਵਾਟਰ ਕੀ ਕਰ ਰਹੀ ਹੈ, ਇਨਕਰੀਜ਼ ਕਰ ਰਹੀ ਹੈ। ਬਟ ਸਾਡੇ ਕੋਲ ਕੁਐਸਚਨ ਕੀ ਹੈ ਵੀ ਇਹ ਜਿਹੜੀ ਇਨਕਰੀਜ਼ ਹੈ ਇਟ ਇਜ਼ ਓਨਲੀ ਅਪ ਟੂ 4 ਡਿਗਰੀ ਸੈਂਟੀਗ੍ਰੇਡ। ਸਿਰਫ 4 ਡਿਗਰੀ ਸੈਂਟੀਗ੍ਰੇਡ ਤੱਕ ਡੈਂਸਿਟੀ ਆਫ ਵਾਟਰ ਇਨਕਰੀਜ਼ ਕਰਦੀ ਹੈ। Water has maximum density at 4 degree centigrade. After 4 degree centigrade, density फिर decrease कर जाती। तो फिर reason explain करना है why water has maximum density at 4 degree centigrade। तो जे ਅਸੀਂ ਉਹਨੂੰ explain ਕਰੀਏ, ਅਸੀਂ ਕਿਹਾ ਜਦੋਂ ice melt ਕਰ ਰਹੀ ਹੈ, cage like structure break ਕਰ ਰਹੀ ਹੈ, hydrogen bonds break ਕਰ ਰਹੇ, molecules close आ रहे, तो volume ਕੀ ਕਰ ਰਿਹਾ है, decrease ਕਰ ਰਿਹਾ, और density ਕੀ ਕਰ ਰਹੀ है, increase। 4 ਡਿਗਰੀ ਸੈਂਟੀਗ੍ਰੇਡ ਤੱਕ ਆ ਸਾਰੇ ਦੇ ਸਾਰੇ ਹਾਈਡਰੋਜਨ ਬੌਂਡਸ ਕੀ ਕਰ ਜਾਂਦੇ ਆ, ਬ੍ਰੇਕ ਕਰ ਜਾਂਦੇ, ਔਰ ਜਿੰਨਾ ਵੋਲਿਊਮ ਡਿਕਰੀਜ਼ ਕਰਨਾ ਸੀ ਡਿਕਰੀਜ਼ ਕਰ ਗਿਆ, ਜਿੰਨੀ ਡੈਂਸਿਟੀ ਇਨਕਰੀਜ਼ ਕਰਨੀ ਸੀ ਇਨਕਰੀਜ਼ ਕਰ ਗਈ। ਬਟ ਆਫਟਰ 4 ਡਿਗਰੀ ਸੈਂਟੀਗ੍ਰੇਡ ਕੀ ਹੈ, ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਕਰਾਂਗੇ ਤਾਂ ਕਾਈਨੈਟਿਕ એનર્ਜੀ ਆਫ ਦੀ ਵਾਟਰ ਮੋਲੀਕਿਊਲਸ ਇਨਕਰੀਜ਼ ਕਰਨਾ ਸ਼ੁਰੂ ਕਰ ਜਾਂਦੀ ਹੈ। ਕਿਉਂਕਿ ਤੁਸੀਂ ਕਾਈਨੈਟਿਕ ਇੰਟਰਪ੍ਰੀਟੇਸ਼ਨ ਆਫ ਟੈਂਪਰੇਚਰ ਪੜ੍ਹਿਆ, ਜਿਹਦੇ ਅਕੋਰਡਿੰਗਲੀ ਅਸੀਂ ਪੜ੍ਹਨੇ ਆ ਵੀ ਕਾਈਨੈਟਿਕ એનર્ਜੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ। आफ्टर 4 डिग्री सेंटीग्रेड जो टेंपरेचर इनक्रीज कर रहा है तो दैट विल इंक्रीज दी काइनेटिक एनर्जी ऑफ दी वाटर मॉलिक्यूल्स। और जे काइनेटिक एनर्जी वाटर मॉलिक्यूल्स दी इंक्रीज कर रही है तो डेफिनेटली वो वाटर मॉलिक्यूल्स ज़्यादा स्पीड के नाल मूव करना शुरू कर देंगे, एक दूसरे तो दूर दूर जाना शुरू हो जाएंगे। और जे एक दूसरे तो दूर दूर जा रहे हैं तो वॉल्यूम फिर तो इंक्रीज करना शुरू हो गया, और जे वॉल्यूम इंक्रीज कर रहा है तो डेंसिटी फिर की कर जाएगी, डिक्रीज कर जाएगी। दिस इज द रीजन why water has maximum density at 4 degree centigrade. After 4 degree centigrade water ਦੀ density ਫਿਰ ਤੋਂ ਕੀ ਕਰਨਾ ਸ਼ੁਰੂ ਕਰ ਦਿੰਦੀ ਹੈ, ਡਿਕਰੀਜ਼। ਉਹਦਾ ਰੀਜ਼ਨ ਅਸੀਂ ਇਹ ਦੇਤਾ ਵੀ after 4 degree centigrade increase in temperature increases the kinetic energy of the water molecules. Increase in temperature increases the kinetic energy of the water molecules which start moving away from each other। ਇੱਕ ਦੂਸਰੇ ਤੋਂ ਦੂਰ ਦੂਰ ਜਾਣਾ ਸ਼ੁਰੂ ਕਰ ਦਿੰਦੇ, और जे एक दूसरे तो दूर जा रहे हैं तो डेफिनेटली उन्होंने वॉल्यूम की करेगा, इनक्रीज करेगा, और डेंसिटी की कर जाएगी, डिक्रीज कर जाएगी। तो ये दो बड़े इंपॉर्टेंट क्वेश्चन सी भी। पहला तो आ गया स्ट्रक्चर ऑफ आइस आनी चाहिए तो ड्रॉ करनी भी किस तरह एक हाइड्रोजन बॉन्डेड स्ट्रक्चर है जिहदे असीं शो कर रहे हैं भी हरेक वाटर मॉलीक्यूल 4 वाटर मॉलीक्यूल्स के नाल लिंक्ड है, और एक केज लाइक स्ट्रक्चर ड्रॉ हो रही। ड्रॉ करने में ध्यान रखना भी किस तरह ड्रॉ करनी है भी 2 ऑक्सीजन एटम्स दे विच एक हाइड्रोजन है जिहड़ा एक साइड ते कोवलेंटली बॉन्डेड है और दूसरी साइड ते हाइड्रोजन बॉन्डेड है।
ਤਾਂ ਇਸ ਤਰ੍ਹਾਂ ਦੀ ਕੇਜ ਲਾਈਕ ਸਟਰਕਚਰ ਹੈਗੀ ਹੈ। ਔਰ ਅਸੀਂ ਸ਼ੋ ਕਰ ਦਿੱਤਾ ਵੀ ਆਈਸ ਫਲੋਟਸ ਓਵਰ ਵਾਟਰ, ਕਿਉਂ? ਕਿਉਂਕਿ ਡੈਂਸਿਟੀ ਆਫ ਆਈਸ ਇਜ਼ ਲੈਸਰ ਦੈਨ ਵਾਟਰ, ਉਹ ਰਿਪਰੈਜ਼ੈਂਟ